ਅੰਮ੍ਰਿਤਸਰ ਤੋਂ ਅੰਮ੍ਰਿਤਸਰ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਉਹ ਅੜੀ ਹੋਈ ਹੈ। ਹਾਲੇ ਵੀ ਇਹ ਉਮੀਦ ਸੀ ਕਿ ਸ਼ਾਮ ਨੂੰ ਆਈਜੀ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਈ ਫੈਸਲਾ ਲੈ ਸਕਦੀ ਹੈ, ਪਰ ਆਈਜੀ ਬਾਰਡਰ ਰੇਂਜ ਨਾਲ ਮੀਟਿੰਗ ਤੋਂ ਬਾਅਦ ਵੀ ਕੋਈ ਰਾਹ ਨਹੀਂ ਨਿਕਲਿਆ। ਮੀਟਿੰਗ ਬੇਸਿੱਟਾ ਰਹੀ। ਪਹਿਲਾਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੋਈ ਸੀ, ਉਸ 'ਚ ਵੀ ਗੱਲ ਨਹੀਂ ਬਣੀ ਸੀ। ਬਾਕੀ ਜਥੇਬੰਦੀਆਂ ਨੇ ਹਾਲਾਂਕਿ ਪੈਸੇਂਜਰ ਗੱਡੀਆਂ ਲਈ ਰਾਹ ਖੋਲ੍ਹਿਆ ਹੋਇਆ, ਪਰ ਸਿਰਫ ਇੱਕ ਜਥੇਬੰਦੀ ਅੜੀ ਹੋਈ ਹੈ और वो कह रही है कि असी पैसेंजर गड्डियां नूं राह नहीं देवांगे। सो लगातार प्रशासन उन्हां दे नाल संपर्क दे विच सी, एक आम सहमति बनाउण दी कोशिश कर रहा सी। किसान मजदूर संघर्ष कमेटी जिहड़ी पैसेंजर ट्रेनां नूं राह नहीं दे रही। आईजी बॉर्डर रेंज नाल अज मीटिंग सी हुण शाम नूं, पर उस मीटिंग दे विच भी ये खबर आ रही है कि कोई गलबात नहीं बनी और ये मीटिंग भी बेसिट्टा रही है। पहले डिप्टी कमिश्नर ने कोशिश की सी, पर डिप्टी कमिश्नर नाल भी मीटिंग च गल नहीं बनी। साडे सहयोगी राजीव शर्मा लाइव जुड़ रहे ने होर अपडेट दे लई। राजीव, की गलबात रही है आईजी दे नाल बैठक दे विच और क्यों किसान जथेबंदियां नहीं मान रही? कोई उन्हां कोले सॉलिड तर्क है? अजी देखो विजयपाल, सब तो पहला तो मैं दसना चाहना कि अज सवेर तो ही लगातार भावें पुलिस के अधिकारी होण, प्रशासनिक अधिकारी होण, तो किसान आगूआं दे संपर्क दे सन। सवेरे डिप्टी कमिश्नर खुद इस वेले जिथे असीं मौजूद हाँ, जंडियाला गुरु का जिहड़ा रेलवे स्टेशन है, वो इत्थे पहुंचे सी। किसान आगूआं दे नाल गलबात हुई, पर किसान मजदूर संघर्ष कमेटी इक्को गल ते अड़ी हुई है कि असी पैसेंजर ट्रेनां नहीं चलण देवांगे। इहदे पिछे की तर्क है? क्योंकि होर जिहड़ियां जथेबंदियां ने उन्हां वल्लों ये हामी भर दित्ती गई सी कि पैसेंजर ट्रेनां और माल गड्डियां जिहड़ियां ने वो चलाईयां जाण। तां किसान मजदूर संघर्ष कमेटी दा इसदे पिछे की तर्क है, की लॉजिक है, जानण दी कोशिश करदे हां। मेरे नाल सतनाम सिंह पन्नू ने जो इस जथेबंदी दे प्रधान ने। पन्नू साहब, लॉजिक की है तुहाडा कि तुसीं बाकी जथेबंदियां तो उल्ट फैसला लिया? वो जथेबंदियां ते लोग विश्वास करन या तुहाडे ते विश्वास करन? क्यों तुसीं चाहुंदे हो कि जिहड़ियां पैसेंजर रेल गड्डियां नहीं चलणीਆਂ ਚਾਹੀਦੀਆਂ? ਵੇਖੋ, ਸਾਡਾ ਤਰਕ ਇਹੀ ਆ ਵੀ ਪੈਸੇਂਜਰ ਗੱਡੀਆਂ ਦੇ ਨਾਲ ਮਾਲ ਗੱਡੀਆਂ ਨਾਲ ਪੈਸੇਂਜਰ ਗੱਡੀਆਂ ਦੀ ਕੋਈ ਦਲੀਲ ਨਹੀਂ ਬਣਦੀ। ਕਰੋਨਾ ਦੇ ਦੌਰ 'ਚ ਇਹਨਾਂ ਨੇ ਮਾਲ ਗੱਡੀਆਂ ਹੁਣ ਵੀ ਰੋਕੀਆਂ ਦੇਸ਼ 'ਚ, ਪਹਿਲਾਂ ਵੀ ਨਹੀਂ ਚਲਾਈਆਂ। 172 ਗੱਡੀਆਂ 21-22 ਅਕਤੂਬਰ ਨੂੰ ਚੱਲ ਚੁੱਕੀਆਂ ਇੱਥੇ ਮਾਲ ਗੱਡੀਆਂ। ਇਸ ਕਰਕੇ ਇਹਨਾਂ ਦਾ ਕੋਈ ਤਰਕ ਨਹੀਂ ਗਾ। ਮਾਲ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਸਟੇਸ਼ਨ ਦੇ ਜੰਡਿਆਲਾ ਤੋਂ ਲੰਘਦੀ ਹੋਈ ਦਿਖਾਈ ਦੇ ਰਹੀ ਹੈ। ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਮਾਲ ਗੱਡੀਆਂ ਨੂੰ ਜੋ ਹੈ ਨਹੀਂ ਰੋਕਾਂਗੇ, ਪਰ ਜੇਕਰ ਪੈਸੇਂਜਰ ਰੇਲ ਗੱਡੀ ਚਲਾਈ ਜਾਂਦੀ ਹੈ ਤਾਂ ਉਸ ਦਾ ਉਹ ਵਿਰੋਧ ਕਰਨਗੇ। ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੋਂ ਇੱਕ ਮਾਲ ਗੱਡੀ ਜੋ ਹੈ ਉਹ ਦਿੱਲੀ ਤੋਂ ਅੰਮ੍ਰਿਤਸਰ ਵਾਲੇ ਪਾਸੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਤਾਂ ਅਸੀਂ ਸਤਨਾਮ ਸਿੰਘ ਪੰਨੂ ਹੁਣਾਂ ਦੇ ਨਾਲ ਗੱਲਬਾਤ ਵੀ ਜਾਰੀ ਰੱਖਾਂਗੇ, ਪਰ ਤੁਸੀਂ ਸਭ ਤੋਂ ਪਹਿਲਾਂ ਇੱਕ ਇਹ ਵੀ ਅਹਿਮ ਜਾਣਕਾਰੀ ਹੈ ਕਿ ਅੰਮ੍ਰਿਤਸਰ ਦਿੱਲੀ ਰੇਲ ਟਰੈਕ ਦੇ ਉੱਪਰ ਕਾਫੀ ਅਸੀਂ ਕਹਿ ਸਕਦੇ ਮਹੀਨਿਆਂ ਬਾਅਦ ਜਿਹੜੀ ਰੇਲ ਯਾਤਾਯਾਤ ਹੈ ਉਹ ਸ਼ੁਰੂ ਹੋ ਚੁੱਕਿਆ ਹੈ। ਕਿਉਂਕਿ ਸਵੇਰ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਮਾਲ ਗੱਡੀਆਂ ਨੇ ਉਹ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ, ਪਰ ਅੰਮ੍ਰਿਤਸਰ ਰੇਲ ਟਰੈਕ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸਨ। ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਲ ਗੱਡੀ ਜਿਹੜੀ ਹੈ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਾਲੇ ਪਾਸੇ ਜੋ ਹੈ ਉਹ ਜਾਂਦੀ ਹੋਈ ਦਿਖਾਈ ਦਿੱਤੀ ਹੈ। ਤਾਂ ਸਤਨਾਮ ਸਿੰਘ ਪੰਨੂ ਜਿਹੜਾ ਆਪਣਾ ਤਰਕ ਦੱਸ ਰਹੇ ਸਨ ਉਹ ਮੈਂ ਜਾਣਨ ਦੀ ਕੋਸ਼ਿਸ਼ ਕਰਦਾ। ਹਾਂਜੀ ਪੰਨੂ ਸਾਹਿਬ, ਕਿਉਂ ਤੁਸੀਂ ਚਾਹੁੰਦੇ ਹੋ ਕਿ ਪੈਸੇਂਜਰ ਰੇਲ ਗੱਡੀਆਂ ਨਹੀਂ ਚੱਲਣੀਆਂ ਚਾਹੀਦੀਆਂ? ਸਾਡਾ ਇਹੀ ਆ ਵੀ ਮਾਲ ਗੱਡੀਆਂ ਦੀ ਜਿਹੜਾ ਮਾਲ ਗੱਡੀਆਂ ਦਾ ਅਸੀਂ ਉਹ ਵੀ ਇਸ ਕਰਕੇ ਕਰ ਰਹੇ ਹਾਂ ਵੀ ਪੰਜਾਬ ਦੇ ਜਿਹੜੀ ਆ ਪਰੇਸ਼ਾਨੀ ਪੈ ਰਹੀ ਆ, ਕਿਲਤ ਪੈਦਾ ਹੋ ਰਹੀ ਆ ਚੀਜ਼ਾਂ ਦੀ, ਜ਼ਰੂਰੀ ਵਸਤਾਂ ਦੀ, ਉਹਦੇ ਕਰਕੇ ਮਾਲ ਗੱਡੀਆਂ ਦਾ ਅਸੀਂ ਲਾਂਘਾ ਦਿੱਤਾ ਹੋਇਆ ਸੀ। ਪਰ ਪੈਸੇਂਜਰ ਗੱਡੀਆਂ ਨੂੰ ਅਸੀਂ ਲਾਂਘਾ ਨਹੀਂ ਦਿੱਤਾ। ਅਸੀਂ ਪਹਿਲੀ ਆਪਣੀ ਜਿਹੜੀ ਦਲੀਲ ਆ ਉਹਦੇ ਤੇ ਕਾਇਮ ਆ ਵੀ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕਿਸਾਨਾਂ ਜਿਹੜੀ ਆ ਆਰਡੀਨੈਂਸ ਉਹ ਰੱਦ ਕਰੇ, ਜਿਹੜੇ 5 ਆਰਡੀਨੈਂਸ। ਪਰ ਸਵਾਲ ਇਹ ਹੈ ਕਿ ਜੇਕਰ ਮਾਲ ਗੱਡੀਆਂ ਦੇ ਨਾਲ ਆਮ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਪਰੇਸ਼ਾਨੀ ਆਉਣੀ ਸੀ ਤਾਂ ਪੈਸੇਂਜਰ ਟ੍ਰੇਨਾਂ ਦੇ ਨਾਲ ਵੀ ਤੇ ਆਮ ਜਨਤਾ ਹੀ ਪਰੇਸ਼ਾਨ ਹੋ ਰਹੀ ਹੈ। ਨਹੀਂ, ਪਰ ਪਰੇਸ਼ਾਨ ਦੀ ਗੱਲ ਨਹੀਂ, ਇਹਦੇ ਨਾਲ ਕੋਈ ਜ਼ਰੂਰੀ ਵਸਤਾਂ ਦੀ ਲੋੜ ਜਾਪਣ ਡਈ ਆ। ਪਰ ਜੇ ਕੋਈ ਪਰੇਸ਼ਾਨੀ ਆ ਵੀ ਰਹੀ ਆ ਮੰਨ ਲਓ, ਤਾਂ ਉਹਦੀ ਕੇਂਦਰ ਸਰਕਾਰ ਜ਼ਿੰਮੇਵਾਰ ਆ। ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਿਹੜਾ ਵਾ ਇਹ ਕਿਸਾਨਾਂ ਦੇ ਦਬਾਅ ਬਣਾ ਰਹੀ ਆ, ਜਿਹਨੂੰ ਅਸੀਂ ਮਨਜ਼ੂਰ ਨਹੀਂ ਕਰਦੇ ਕਿਸੇ ਕਿਸਮ ਤੇ ਵੀ। ਤੇ ਅਸੀਂ ਇਹ ਮਾਲ ਗੱਡੀਆਂ ਆਪਣੀਆਂ ਪੈਸੇਂਜਰ ਗੱਡੀਆਂ ਨਹੀਂ ਚੱਲਣ ਦਿਆਂਗੇ। ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਵੀ ਮੀਟਿੰਗ ਹੋਈ ਉਹ ਵੀ ਬੇਸਿੱਟਾ ਰਹੀ ਹੈ, ਪਰ ਸਰਕਾਰ ਅੱਜ ਵੀ ਇਹ ਗੱਲ ਕਹਿ ਰਹੀ ਹੈ ਕਿ ਪੈਸੇਂਜਰ ਟ੍ਰੇਨਾਂ ਚਲਾਵਾਂਗੇ। ਔਰ ਜਿਸ ਤਰੀਕੇ ਦਾ ਇੱਥੇ ਪ੍ਰਬੰਧ ਨਜ਼ਰ ਆ ਰਹੇ ਨੇ, ਪ੍ਰਸ਼ਾਸਨ ਮੌਜੂਦ ਹੈ, ਤੁਹਾਨੂੰ ਲੱਗਦਾ ਕਿ ਕੋਈ ਟਕਰਾਅ ਦੀ ਸਥਿਤੀ ਜਿਹੜੀ ਉਹ ਪੈਦਾ ਹੋ ਸਕਦੀ ਹੈ? ਹਾਂ, ਜੇ ਕੋਈ ਟਕਰਾਅ ਦੀ ਸਥਿਤੀ, ਅਸੀਂ ਤਾਂ ਸ਼ਾਂਤੀਪੂਰਨ ਰਵਾਂਗੇ। ਅਸੀਂ ਤਾਂ ਸ਼ਾਂਤੀਪੂਰਨ ਆਪਣਾ ਅੰਦੋਲਨ ਕਰ ਰਹੇ ਹਾਂ 2 ਮਹੀਨੇ ਤੋਂ। ਜੇ ਕੋਈ ਪੰਜਾਬ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਵੱਲੋਂ ਕੋਈ
ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਅਸੀਂ ਉਹਦਾ ਸਾਹਮਣਾ ਕਰਾਂਗੇ, ਖੜੇ ਮੱਥੇ ਸਾਹਮਣਾ ਕਰਾਂਗੇ ਅਸੀਂ। ਪਰ ਜੇ ਪੈਸੇਂਜਰ ਟ੍ਰੇਨ ਇੱਥੋਂ ਲੰਘਦੀ ਹੈ ਤਾਂ ਫਿਰ ਤੁਹਾਡਾ ਕੀ ਰੁਖ ਹੋਏਗਾ? ਜੇ ਪੈਸੇਂਜਰ ਗੱਡੀ ਲੰਘਦੀ ਇੱਥੋਂ ਤਾਂ ਅਸੀਂ ਗਾੜੀ ਹੋਵਾਂਗੇ ਲੈਣ ਦੇ, ਅਸੀਂ ਰੇਲ ਦੇ ਵਿੱਚ ਹੋਵਾਂਗੇ। ਅਸੀਂ ਆਪਣੀ ਰਣਨੀਤੀ ਬਣਾ ਰਹੇ ਹਾਂ, ਅਸੀਂ ਰੇਲ ਦੇ ਵਿੱਚ ਹੋਵਾਂਗੇ। ਅੱਜ ਡਿਪਟੀ ਕਮਿਸ਼ਨਰ ਵੱਲੋਂ ਜਿਹੜੇ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇੱਕ ਚੀਜ਼ ਦੇ ਉੱਪਰ ਜ਼ਿਕਰ ਕੀਤਾ ਗਿਆ ਕਿ ਜਿਹੜੀ ਸਰਕਾਰੀ ਪ੍ਰਾਪਰਟੀ ਹੈ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ। ਤੁਹਾਨੂੰ ਲੱਗਦਾ ਨਹੀਂ ਹੈ ਕਿ ਜੇਕਰ ਅਜਿਹੀ ਟਕਰਾਅ ਦੀ ਸਥਿਤੀ ਬਣਦੀ ਆ, ਕਿਸਾਨ ਔਰ ਜਿਹੜੀ ਪੁਲਿਸ ਪ੍ਰਸ਼ਾਸਨ ਜਾਂ ਰੇਲਵੇ ਦੇ ਜਿਹੜੇ ਵਿਭਾਗ ਨੇ ਉਹ ਆਮੋ ਸਾਹਮਣੇ ਹੁੰਦੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਇਸ ਅੰਦੋਲਨ ਦੇ ਵਿੱਚ ਹੁਣ ਤੱਕ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਚੱਲ ਰਿਹਾ ਸੀ ਗਲਤ ਸੁਨੇਹਾ ਲੋਕਾਂ ਦੇ ਵਿੱਚ ਜਾ ਸਕਦਾ? ਦੇਖੋ, ਅਸੀਂ ਕੋਈ ਜਿਹੜੀ ਆ ਕਿਸੇ ਚੀਜ਼ ਦੀ ਆਪਣੀ ਪ੍ਰਾਪਰਟੀ ਨੂੰ ਜਿਹੜਾ ਕੋਈ ਜਿਹੜਾ ਵਾ ਉਹਨੂੰ ਨੁਕਸਾਨ ਨਹੀਂ ਪਹੁੰਚਾਉਣ ਵਾਲੇ, ਨਾ ਹੀ ਪਹੁੰਚਾਵਾਂਗੇ, ਨਾ ਸਾਡਾ ਪਹੁੰਚਾਉਣ ਦਾ ਕੋਈ ਮਨਸ਼ਾ ਕਦੀ ਨਹੀਂ। ਰਾਜੀਵ, ਇਹਨਾਂ ਤੋਂ ਇੱਕ ਸਵਾਲ ਇਹ ਵੀ ਪੁੱਛਣ ਵਾਲਾ ਹੈ ਸ਼ਾਂਤੀਪੂਰਨ ਆ ਕਿ ਜੇ ਮਾਲ ਗੱਡੀਆਂ ਉਸੇ ਟਰੈਕ ਤੋਂ ਲੰਘ ਰਹੀਆਂ, ਜੇ ਪੈਸੇਂਜਰ ਟ੍ਰੇਨ ਲੰਘ ਜੂਗੀ ਤਾਂ ਕੀ ਇਹਨਾਂ ਦੇ ਅੰਦੋਲਨ ਨੂੰ ਉਸ ਤੇ ਕੋਈ ਇਹਨਾਂ ਦਾ ਅੰਦੋਲਨ ਬੇਅਸਰ ਹੋ ਜਾਏਗਾ? ਜੇ ਇੱਕ ਪੈਸੇਂਜਰ ਟ੍ਰੇਨ ਉੱਥੋਂ ਲੰਘ ਜਾਏਗੀ, ਜਦੋਂ ਬਾਕੀ ਕਿਸਾਨ ਜਥੇਬੰਦੀਆਂ ਨੇ ਸਹਿਮਤੀ ਦੇਤੀ, ਫਿਰ ਇੱਕ ਜਥੇਬੰਦੀ ਨੂੰ ਕੀ ਇਤਰਾਜ਼ ਹੈ? ਬਿਲਕੁਲ ਪੁੱਛਣਾ ਜੀ। ਇੱਥੇ ਇੱਕ ਸਵਾਲ ਇਹ ਆ ਰਿਹਾ ਕਿ ਜੇਕਰ ਜਿਸ ਤਰ੍ਹਾਂ ਹੁਣ ਮਾਲ ਗੱਡੀ ਲੰਘੀ ਹੈ, ਜੇਕਰ ਪੈਸੇਂਜਰ ਟ੍ਰੇਨ ਲੰਘ ਵੀ ਜਾਂਦੀ ਹੈ ਜਾਂ ਲੰਘਦੀਆਂ ਨੇ ਤਾਂ ਉਹਦੇ ਨਾਲ ਕਿਸਾਨ ਅੰਦੋਲਨ ਤੇ ਕਿਸ ਤਰੀਕੇ ਦਾ ਅਸਰ ਪੈਂਦਾ ਤੁਹਾਨੂੰ ਜਿਹੜਾ ਨਜ਼ਰ ਆ ਰਿਹਾ ਕਿ ਜੇਕਰ ਉਹ ਟ੍ਰੇਨਾਂ ਚੱਲਦੀਆਂ ਨੇ ਤਾਂ ਤੁਹਾਡੇ ਅੰਦੋਲਨ ਤੇ ਉਹਦਾ ਕੀ ਅਸਰ ਪੈਂਦਾ? ਹਾਂ, ਅੰਦੋਲਨ ਦੇ ਉੱਤੇ ਤੇ ਫਿਰ ਸਾਡਾ ਇਹੀ ਆ ਵੀ ਸਾਨੂੰ ਇਹ ਠਾ ਕੇ ਘਰ ਨੂੰ ਭੇਜਣਾ ਚਾਹੁੰਦੇ ਆ। ਉਹ ਮਤਲਬ ਬਾਹ ਮਰੋੜ ਰਹੇ ਆ, ਉਹ ਲਗਾਤਾਰ ਪਿੱਛੇ ਧੱਕੀ ਜਾ ਰਹੇ ਆ ਤੇ ਹੁਣ ਇਥੋਂ ਸਟੇਸ਼ਨ ਤੋਂ ਉਠਾ ਕੇ ਸਾਨੂੰ ਘਰ ਭੇਜਣਾ ਚਾਹੁੰਦੇ ਆ। ਅਸੀਂ ਸਾਡੇ ਅੰਦੋਲਨ ਤੇ ਬਹੁਤ ਵੱਡਾ ਇਫੈਕਟ ਪਊਗਾ। ਅਸੀਂ ਜੋ ਫੈਸਲਾ ਕੀਤਾ ਉਸ ਫੈਸਲੇ ਤੇ ਆਪਣੇ ਤੇ ਟੱਲ ਰਵਾਂਗੇ। ਇਹਦਾ ਮਤਲਬ ਜਿਹੜੀਆਂ 30 ਜਥੇਬੰਦੀਆਂ ਹੁਣ ਕਹਿ ਰਹੀਆਂ ਕਿ 15 ਦਿਨ ਤੋਂ ਤੱਕ ਜਿਹੜੀਆਂ ਟ੍ਰੇਨਾਂ ਤੇ, ਇਹਦਾ ਮਤਲਬ ਉਹ ਦੁਬਾਰਾ ਹੁਣ ਅੰਦੋਲਨਾਂ ਦੇ ਵਿੱਚ ਨਹੀਂ ਆ ਸਕਦੀਆਂ ਤੁਹਾਡੇ ਮੁਤਾਬਕ? ਉਹਨਾਂ ਦੇ ਆਪਣੇ ਫੈਸਲੇ ਆ, ਕੀ ਫੈਸਲੇ ਉਹਨਾਂ ਕੀਤੇ ਆ, ਕੀ ਦਬਾਅ ਚੱਲੇ ਆ, ਕਿਸ ਤਰ੍ਹਾਂ ਕੀ ਕੀਤਾ ਵਾ, ਉਹ ਆ ਸਕਦੀਆਂ ਕਿ ਨਹੀਂ ਆ ਸਕਦੀਆਂ। ਦਬਾਅ ਮਤਲਬ ਕੀ ਕਿਸੇ ਸਿਆਸੀ ਦਬਾਅ ਦੇ ਹੇਠ ਉਹਨਾਂ ਵੱਲੋਂ ਇਹ ਫੈਸਲਾ ਲਿਆ? ਇਹ ਸਾਨੂੰ ਨਹੀਂ, ਅਸੀਂ ਨਹੀਂ ਜਾਣਦੇ, ਅਸੀਂ ਗਏ ਨਹੀਂ ਉਸ ਮੀਟਿੰਗ ਦੇ ਵਿੱਚ। ਤੇ ਗਾਂ ਉਹ ਆਉਂਦੇ ਆ ਕਿ ਆ ਸਕਦੇ ਆ ਰੇਲਾਂ ਤੇ, ਨਹੀਂ ਆ ਸਕਦੇ, ਇਹ ਉਹ ਜਾਣਨ। ਅਸੀਂ ਉਹਨਾਂ ਬਾਰੇ ਕੋਈ ਗੱਲ ਟਿੱਪਣੀ ਨਹੀਂ ਕਰ ਰਹੇ, ਅਸੀਂ ਆਪਣੇ ਬਾਰੇ ਗੱਲ ਕਰ ਰਹੇ ਹਾਂ। ਇਹ ਕਹਿ ਸਕਦੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਪਹਿਲੇ ਦਿਨ ਤੋਂ ਗੱਲ ਕਹਿ ਰਹੀ ਹੈ ਅੱਜ ਵੀ ਉਹਦੇ ਤੇ ਕਾਇਮ ਹੈ। ਔਰ ਠੀਕ ਹੈ ਰਾਜੀਵ, ਧੰਨਵਾਦ ਇਸ ਪੂਰੀ ਗੱਲਬਾਤ ਦੇ ਲਈ। ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਣੇ ਰੁਖ ਤੇ ਅੜੀ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਪੈਸੇਂਜਰ ਟ੍ਰੇਨਾਂ ਨੂੰ ਰਾਹ ਨਹੀਂ ਦੇਵਾਂਗੇ। ਬਾਕੀ 30 ਕਿਸਾਨ ਜਥੇਬੰਦੀਆਂ ਮੰਨ ਚੁੱਕੀਆਂ, ਪਰ ਇੱਕ ਜਥੇਬੰਦੀ ਨੂੰ ਇਹ ਲੱਗਦਾ ਹੈ ਕਿ ਜੇ ਇੱਥੋਂ ਪੈਸੇਂਜਰ ਟ੍ਰੇਨਾਂ ਲੰਘੀਆਂ ਤਾਂ ਉਹਨਾਂ ਦਾ ਅੰਦੋਲਨ ਡੀਰੇਲ ਹੋ ਜਾਏਗਾ, ਉਹਨਾਂ ਦਾ ਅੰਦੋਲਨ ਕਮਜ਼ੋਰ ਪੈ ਜਾਏਗਾ ਔਰ ਸਰਕਾਰਾਂ ਉਹਨਾਂ ਨੂੰ ਇਸ ਤਰੀਕੇ ਨਾਲ ਇੱਥੋਂ ਉਠਾਉਣਾ ਚਾਹੁੰਦੀਆਂ। ਇਸ ਕਰਕੇ ਉਹ ਆਪਣੇ ਤਰਕ ਲੈ ਕੇ ਚੱਲ ਰਹੇ ਨੇ। ਤੇ ਬਠਿੰਡਾ ਤੋਂ ਅਗਲੀ ਖਬਰ, ਬਠਿੰਡਾ 'ਚ HIV ਪੋਜ਼ਿਟਿਵ ਖੂਨ ਚੜਾਉਣ ਦਾ ਮਾਮਲਾ। ਨਿਊਜ਼ 18 ਦੀ ਖਬਰ ਦਾ ਵੱਡਾ ਅਸਰ ਹੋਇਆ ਹੈ। 4 MLT ਜਿਹੜੇ ਨੇ ਉਹ ਡਿਸਮਿਸ ਕਰ ਦਿੱਤੇ ਗਏ ਨੇ। ਸਿਹਤ ਮੰਤਰੀ ਦੇ ਆਦੇਸ਼ਾਂ ਤੇ ਵੱਡੀ ਕਾਰਵਾਈ ਹੋਈ ਹੈ। 4 MLT ਜਿਹੜੇ ਸੀ ਉਹ ਦੋਸ਼ੀ ਪਾਏ ਗਏ ਇਸ ਪੂਰੀ ਜਾਂਚ ਦੇ ਵਿੱਚ ਔਰ 4 ਨੂੰ ਨੌਕਰੀ ਤੋਂ ਡਿਸਮਿਸ ਯਾਨੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਬਠਿੰਡਾ ਤੋਂ ਇਹ ਵੱਡੀ ਖਬਰ। HIV ਪੋਜ਼ਿਟਿਵ ਜਿਹੜਾ ਖੂਨ ਚੜਾਉਣ ਦਾ ਮਾਮਲਾ ਸੀ ਔਰ ਇੱਕ ਮਾਮਲਾ ਨਹੀਂ ਸੀ, ਪਿਛਲੇ ਦਿਨਾਂ ਦੇ ਵਿੱਚ ਕਈ ਸਾਰੇ ਮਾਮਲੇ ਸਾਹਮਣੇ ਆਏ ਸੀ। 3 ਬੱਚੇ ਤੇ 1 ਮਹਿਲਾ, 4 ਜਣਿਆਂ ਨੂੰ HIV ਪੋਜ਼ਿਟਿਵ ਖੂਨ ਲਾਇਆ ਗਿਆ ਸੀ। ਉਸ ਤੋਂ ਬਾਅਦ ਜਦੋਂ ਹੁਣ ਚੌਥੇ ਬੱਚੇ ਨੂੰ ਇਹ ਖੂਨ ਲੱਗਿਆ, ਉਸ ਤੋਂ ਬਾਅਦ ਵੱਡੇ ਪੱਧਰ ਤੇ ਮਾਮਲਾ ਨਿਊਜ਼ 18 ਪੰਜਾਬ ਵੱਲੋਂ ਚੱਕਿਆ ਗਿਆ, ਉਭਾਰਿਆ ਗਿਆ। ਉਸ ਤੋਂ ਬਾਅਦ ਇਸ ਦੀ ਜਾਂਚ ਹੋਈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਸ ਤੇ ਕਾਰਵਾਈ ਕਰਨਗੇ ਜਾਂਚ ਮੁਕੰਮਲ ਹੋਣ ਤੋਂ ਬਾਅਦ। ਔਰ ਹੁਣ 4 MLT ਜਿਹੜੇ ਇਸ ਲੈਬ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਤੇ ਵੱਡੀ ਕਾਰਵਾਈ ਹੋਈ ਹੈ ਸਿਹਤ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਔਰ 4 ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਨਪਿੰਦਰ ਬਰਾੜ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ। ਨਪਿੰਦਰ, ਥੋੜਾ ਵਿਸਤਾਰ ਨਾਲ ਜਾਨਣਾ ਚਾਹਾਂਗੇ ਕੀ ਜ਼ਿੰਮੇਵਾਰੀ ਸੀ ਇਹਨਾਂ ਕਰਮਚਾਰੀਆਂ ਦੀ ਔਰ ਕਿਸ ਤਰੀਕੇ ਨਾਲ ਇਹ ਦੋਸ਼ੀ ਪਾਏ ਗਏ ਨੇ ਜਿਸ ਤੋਂ ਬਾਅਦ ਇਹਨਾਂ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਵਿਜੇ ਦੇਖੋ, ਬਿਲਕੁਲ ਮਾਮਲਾ ਕਿਉਂਕਿ ਬੇहद ਗੰਭੀਰ ਸੀ। ਇੱਕ ਐਸੀ ਕਿਸੇ ਦੇ ਨਾਲ ਬਿਮਾਰੀ ਕਿਸੇ ਨੂੰ ਦੇ ਦੇਣੀ ਜਿਹਦੇ ਨਾਲ ਉਹਦੀ ਪੂਰੀ ਜ਼ਿੰਦਗੀ ਜਿਹੜੀ ਹੈ ਖਤਰੇ ਦੇ ਵਿੱਚ ਪੈ ਜਾਵੇ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਜਿਹੜੇ ਆਏ ਤਾਂ ਆਪਣਾ ਇਲਾਜ ਕਰਾਉਣ ਦੇ ਲਈ ਸੀ, ਪਰ ਇੱਕ ਭਿਆਨਕ ਲਾ ਇਲਾਜ ਬਿਮਾਰੀ ਉਹਨਾਂ ਦੇ ਨਾਲ ਚਲੀ ਗਈ। ਤਾਂ ਉਹ ਬਿਮਾਰੀ ਗਈ ਕਿੱਦਾਂ? ਅਚਾਨਕ ਨਹੀਂ ਗਈ। ਉਹ
ਮੁਲਾਜ਼ਮਾਂ ਦੀ ਲਾਪਰਵਾਹੀ ਦੇ ਚੱਲਦੇ ਗਈ ਹੈ। ਜਿਹੜੀ ਸਾਡੇ ਕੋਲੇ ਐਕਸਕਲੂਸਿਵ ਜਾਣਕਾਰੀ ਹੈ, ਹੋ ਸਕਦਾ ਇਹ ਆਰਡਰ ਹਲੇ ਤੱਕ ਉਹਨਾਂ ਮੁਲਾਜ਼ਮਾਂ ਦੇ ਕੋਲੇ ਨਾ ਪਹੁੰਚੇ ਹੋਣ ਔਰ ਨਿਊਜ਼ 18 ਦੇ ਜ਼ਰੀਏ ਉਹਨਾਂ ਮੁਲਾਜ਼ਮਾਂ ਨੂੰ ਇਹ ਪਤਾ ਲੱਗੇਗਾ ਕਿ ਉਹ ਡਿਸਮਿਸ ਹੋ ਚੁੱਕੇ ਨੇ। ਔਰ ਚਾਰੋਂ ਕਿਹੜੇ ਨੇ ਪਹਿਲਾਂ ਮੈਂ ਉਹ ਦੱਸ ਦਿਆਂ। ਇੱਕ ਗੁਰਪ੍ਰੀਤ ਸਿੰਘ ਗੋਦਾਰਾ, दूसरा गुरप्रीत सिंह घुम्मन, तीसरा जगदीप सिंह ते चौथा अजय शर्मा। ये चारों के कोले हाले ऑर्डर नहीं पहुंचे होने विजय, क्योंकि हुण तो थोड़ी देर पहला जो सेहत विभाग ने सेहत मंत्री के ऑर्डर से सेहत मंत्री के शो तो बाद जो है ऑर्डर जारी किए गए हैं, उन्होंने तक हजे पहुँचणगे। पर न्यूज़ 18 ते ये ऑर्डर असीं उन्होंने पहले ही दस रहे हैं कि इन्हों के खिलाफ कार्रवाई हुई है ताकि होर मुलाजम अगे तो ऐसी लापरवाही करन तो बचण। देखो इन्हों की जिम्मेवारी ये सी कि ब्लड बैंक के पूरा जो MLT स्टाफ है, इन्हों की जिम्मेवारी ये होंगी है कि जो ब्लड इत्थे आउंदा, कोई दान करता, कोई ब्लड डोनेट करता, तो वो प्रॉपर टेस्टिंग होनी होंगी है। प्रॉपर ਉਹਦੀ सैंपलिंग लैके टेस्टिंग करके रिपोर्ट्स बना के उस तो बाद ब्लड आ ਜਿਹੜਾ ਉਹ ਸੰਭਾਲਿਆ ਜਾਣਾ ਹੁੰਦਾ, ਉਸ ਤੋਂ ਬਾਅਦ ਅੱਗੇ ਦਿੱਤਾ ਜਾਣਾ ਹੁੰਦਾ। ਪਰ ਇਹਨਾਂ ਨੇ ਜਿਹੜਾ ਹੁਣ ਲੇਟੈਸਟ ਜਿਹੜਾ ਨਵਾਂ ਮਾਮਲਾ ਜਿਹੜਾ 11 ਸਾਲ ਦੇ ਬੱਚੇ ਵਾਲਾ ਜਿਹਦੇ ਵਿੱਚ ਇਹ ਕਾਰਵਾਈ ਹੋਈ ਆ, ਬਿਨਾਂ ਟੈਸਟਿੰਗ ਤੋਂ ਬਲੱਡ ਰੱਖਿਆ ਔਰ ਉਹ ਉਸੇ ਤਰ੍ਹਾਂ ਇੱਕ ਵੱਡੀ ਲਾਪਰਵਾਹੀ ਦੇ ਨਾਲ ਜਿਹੜਾ ਹੈਗਾ ਉਸ ਬੱਚੇ ਨੂੰ ਚੜਾ ਦਿੱਤਾ ਗਿਆ, ਜਿਹਦੇ ਨਾਲ ਉਹ ਬੱਚੇ ਦੀ ਜ਼ਿੰਦਗੀ ਜਿਹੜੀ ਹੈ ਖਤਰੇ ਦੇ ਵਿੱਚ ਪਈ। ਤਾਂ ਇਸ ਕਰਕੇ ਇਹਨਾਂ ਚਾਰਾਂ ਤੇ ਲਾਪਰਵਾਹੀ ਮੰਨੀ ਗਈ ਆ। ਹਾਲਾਂਕਿ ਜਿਹੜਾ ਸਭ ਤੋਂ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਵਿੱਚ ਜਾਣ ਬੁੱਝ ਕੇ ਜਿਹੜਾ ਹੈਗਾ ਬਲੱਡ ਚੜਾਇਆ ਗਿਆ ਸੀ, ਤਾਂ ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਹੋਇਆ। ਪਰ ਇੱਥੇ ਲਾਪਰਵਾਹੀ ਹੈ। ਤਾਂ ਇੱਕ ਤੋਂ ਬਾਅਦ ਇੱਕ ਮਾਮਲੇ ਜਿਹੜੇ ਬਠਿੰਡਾ ਦੇ ਸਾਹਮਣੇ ਆਏ ਸੀ ਵਿਜੇ, ਔਰ ਇੱਕ ਐਸਾ ਮਾਹੌਲ ਪੈਦਾ ਹੋ ਗਿਆ ਸੀ, ਐਸੀ ਦਹਿਸ਼ਤ ਲੋਕਾਂ ਦੇ ਵਿੱਚ ਸੀ ਕਿ ਕੀ ਇਸ ਤਰ੍ਹਾਂ ਅਸੀਂ ਬਲੱਡ ਹਸਪੀਟਲ ਦੇ ਵਿੱਚੋਂ ਚੜਵਾਉਣੇ ਆ ਤਾਂ ਉਸ ਬਲੱਡ ਦੇ ਵਿੱਚੋਂ ਜ਼ਿੰਦਗੀ ਦੀ ਜਗ੍ਹਾ ਸਾਡੇ ਲਈ ਇੱਕ ਭਿਆਨਕ ਬਿਮਾਰੀ ਆ ਸਕਦੀ ਆ। ਇਸ ਤਰ੍ਹਾਂ ਦਾ ਖਤਰਾ ਪੈਦਾ ਹੋ ਗਿਆ ਸੀ। ਇਸ ਕਰਕੇ ਬੜੀ ਸਖਤ ਕਾਰਵਾਈ ਇਹਨਾਂ ਤੇ ਬਣਦੀ ਸੀ ਔਰ ਮੰਗ ਵੀ ਕੀਤੀ ਜਾ ਰਹੀ ਸੀ ਕਿ ਸਖਤ ਕਾਰਵਾਈ ਕੀਤੀ ਜਾਵੇ। ਹਾਲਾਂਕਿ ਹਾਲੇ ਵੀ ਡਿਪਾਰਟਮੈਂਟਲ ਚੀਜ਼ਾਂ ਜਿਹੜੀਆਂ ਨੇ ਇਨਵੈਸਟੀਗੇਟ ਕੀਤੀਆਂ ਜਾ ਰਹੀਆਂ ਨੇ ਔਰ ਨਾਲ ਹੀ ਇੱਕ ਸੁਨੇਹਾ ਹੋਰ ਹਸਪਤਾਲਾਂ ਨੂੰ ਦਿੱਤਾ ਗਿਆ ਹੈ ਕਿ ਐਸੀ ਲਾਪਰਵਾਹੀ ਦੀ ਕਤਈ ਮਾਫੀ ਨਹੀਂ ਹੈ। ਤੁਹਾਡੀ ਇਹਨਾਂ ਦੀ ਤਾਂ ਨੌਕਰੀ ਗਈ ਹੈ, ਪਰ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਇਹਨਾਂ ਨੇ ਖਤਰੇ ਦੇ ਵਿੱਚ ਪਾ ਦਿੱਤੀ ਹੈ ਉਹਨਾਂ ਦੇ ਲਈ ਤੁਸੀਂ ਸੋਚੋ ਵਿਜੇ, ਸੋਚ ਕੇ ਵੀ ਜਿਹੜਾ ਡਰ ਲੱਗਦਾ, ਬੰਦਾ ਸੰਨ ਹੋ ਜਾਂਦਾ ਹੈ ਕਿ ਕਿਸੇ ਨੂੰ HIV ਪੋਜ਼ਿਟਿਵ ਖੂਨ ਚੜਾ ਦਿੱਤਾ ਗਿਆ। ਤੇ ਇਸ ਤਰ੍ਹਾਂ ਮਾਮਲਾ ਸੀ, ਵੱਡੀ ਕਾਰਵਾਈ ਹੋਈ ਹੈ। 4 MLT ਜਿਹੜੇ ਡਿਸਮਿਸ ਕੀਤੇ ਗਏ ਨੇ, ਨੌਕਰੀਆਂ ਕੱਢੇ ਗਏ ਨੇ। ਇੱਕ ਵਾਰੀ ਫਿਰ ਤੋਂ ਨਾਮ ਦੱਸ ਰਹੇ ਨਿਊਜ਼ 18 ਤੇ ਗੁਰਪ੍ਰੀਤ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਗੋਦਾਰਾ, ਜਗਦੀਪ ਸਿੰਘ ਤੇ ਅਜੇ ਸ਼ਰਮਾ, ਇਹ ਚਾਰੇ ਨੌਕਰੀ ਤੋਂ ਬਾਹਰ ਕਰ ਦਿੱਤੇ ਗਏ ਨੇ। ਵਿਜੇ ਧੰਨਵਾਦ ਰੁਪਿੰਦਰ ਇਸ ਪੂਰੀ ਜਾਣਕਾਰੀ ਦੇ ਲਈ। 4 ਮੁਲਾਜ਼ਮ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਔਰ ਇਸ ਨੂੰ ਲਾਪਰਵਾਹੀ ਜਾਂ ਕੋਤਾਹੀ ਨਹੀਂ ਕਹਿ ਸਕਦੇ, ਕਿਉਂਕਿ ਜੇ ਪਹਿਲੀ ਵਾਰੀ ਇਹੋ ਜੀ ਗਲਤੀ ਹੋਵੇ ਤਾਂ ਉਸ ਨੂੰ ਗਲਤੀ ਕਿਹਾ ਜਾਂਦਾ ਹੈ, ਦੂਸਰੀ ਵਾਰੀ ਹੋਵੇ ਤਾਂ ਕੋਤਾਹੀ ਵੀ ਕਹਿ ਸਕਦੇ ਹਾਂ, ਲਾਪਰਵਾਹੀ ਵੀ ਕਹਿ ਸਕਦੇ ਹਾਂ, ਪਰ ਵਾਰ-ਵਾਰ ਹੋਵੇ ਤਾਂ ਉਹ ਗੁਨਾਹ ਬਣ ਜਾਂਦਾ ਹੈ। ਸੋ ਇਸ ਕਰਕੇ ਹੁਣ ਇਹਨਾਂ ਨੂੰ ਸਜ਼ਾ ਮਿਲੀ ਹੈ, ਇਹਨਾਂ ਦੇ ਖਿਲਾਫ ਜਾਂਚ ਮੁਕੰਮਲ ਹੋਈ ਔਰ ਉਸ ਤੋਂ ਬਾਅਦ ਇਹਨਾਂ ਚਾਰਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। एक होर छोटा जा कमर्शियल ब्रेक, जल्द वापस आने हैं। ਤੇ ਖਬਰ ਪੰਜਾਬ ਯੂਨੀਵਰਸਿਟੀ ਤੋਂ। ਪੰਜਾਬ ਯੂਨੀਵਰਸਿਟੀ 'ਚ ਸਿੰਡੀਕੇਟ ਚੋਣਾਂ ਨਾ ਹੋਣ ਦਾ ਮਾਮਲਾ ਹੁਣ ਗਰਮਾਉਂਦਾ ਜਾ ਰਿਹਾ ਹੈ। ਇਸ ਪੂਰੇ ਮਾਮਲੇ 'ਚ ਤਲਖੀ ਉਸ ਵੇਲੇ ਵੱਧ ਗਈ ਜਦੋਂ ਸਿੰਡੀਕੇਟ ਦੇ ਮੈਂਬਰ ਵਾਈਸ ਚਾਂਸਲਰ ਨੂੰ ਮਿਲਣ ਪਹੁੰਚ ਗਏ ਤੇ ਫਿਰ ਗੱਲ ਤੂੰ ਮੈਂ ਤੇ ਅੱਪੜ ਗਈ। ਰਿਪੋਰਟ ਦਿਖਾਉਣੇ ਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਅੱਜਕੱਲ ਪੜ੍ਹਾਈ ਤੋਂ ਵੱਧ ਸਿਆਸਤ ਦੀ ਚਰਚਾ ਹੈ। ਮੁੱਦਾ ਸਿੰਡੀਕੇਟ ਚੋਣਾਂ ਦਾ ਹੈ। ਚੋਣਾਂ ਹੋ ਨਹੀਂ ਰਹੀਆਂ, ਸਿੰਡੀਕੇਟ ਦੀ ਮੀਟਿੰਗ ਤੱਕ ਨਹੀਂ ਹੋ ਰਹੀ, ਜਿਸ ਨੂੰ ਲੈ ਕੇ ਸਿੰਡੀਕੇਟ ਮੈਂਬਰ ਤੇ ਵਾਈਸ ਚਾਂਸਲਰ ਆਮੋ ਸਾਹਮਣੇ ਆ ਖੜੇ ਨੇ। ਮਰਿਆਦਾ ਦੀ ਭਾਸ਼ਾ ਤੋਂ ਗੱਲ ਤੂੰ ਮੈਂ ਤੱਕ ਪਹੁੰਚ ਚੁੱਕੀ ਹੈ। ਸਿੰਡੀਕੇਟ ਮੈਂਬਰਾਂ ਨੇ ਵਾਈਸ ਚਾਂਸਲਰ ਤੇ ਇਲਜ਼ਾਮ ਲਗਾਇਆ ਕਿ ਸਿੰਡੀਕੇਟ ਦੀ ਮੀਟਿੰਗ ਨਾ ਬੁਲਾ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। आपने कब से मीटिंग नहीं की है? जब सिंडिकेट मेंबर्स ने इस इशू को रेज किया है, आज की डेट में सिंडिकेट आपके सामने खड़ी है और सिंडिकेट द्वारा डेलीगेट की हुई पावर्स को आप यूज करके एक्सरसाइज करके अपनी एग्जेक्टिव पावर्स जो है वो यूनिवर्सिटी चला रहे हैं और सिंडिकेट को आप रिप्लाई नहीं कर रहे, सिंडिकेट को आप कॉन्फिडेंस में नहीं ले रहे, सिंडिकेट को आप मीटिंग के लिए इन्वाइट नहीं कर रहे। ये तरीका नहीं है काम करने का। आप जो भी काम कर रहे हैं गैर कानूनी है। आज के दिन, आज के समय ये सब कुछ बताऊंगा, लेकिन ਜਿਵੇਂ ਗੱਲ ਅੱਗੇ ਵਧ ਰਹੀ ਸੀ, ਮਾਹੌਲ ਤਲਖ ਹੋ ਰਿਹਾ ਸੀ। ਸਿੰਡੀਕੇਟ ਦੀਆਂ ਚੋਣਾਂ ਤੋਂ ਲੈ ਕੇ ਸਿੰਡੀਕੇਟ ਤੇ VC ਦੀਆਂ ਪਾਵਰਾਂ ਤੱਕ ਸਭ ਤੇ ਸਵਾਲ ਹੋਏ। 40-50 वोटों से लेके 350 वोटों तक की जो कॉन्स्टिट्यूएंसी है, क्या पहाड़ टूट रहा है? वो लगता है हमें न समझाइए। नहीं समझाइए। जब ऑर्डर आपने किया है तो हमारी ड्यूटी है आपसे पूछना
आप सिंडिकेट को आंसरेबल हैं। सिंडिकेट आपसे पूछ सकती है। आप सिंडिकेट को रिपोर्ट करना है। रिपोर्ट तो करना ही। आप 3 महीने हो गए कि क्यों नहीं रिपोर्ट किया? रिपोर्ट कौन सा नियम है? कौन सा नियम है? कौन सा नियम है? तुरंत सुबह इमीडिएटली नेक्स्ट मीटिंग सिंडिकेट इसका मतलब तो मीटिंग भी नहीं बुलाएंगे। ऐसी बात ਸਭ ਕੁਝ ਮੀਡੀਆ ਦੀ ਹਾਜ਼ਰੀ ਵਿੱਚ ਹੋ ਰਿਹਾ ਸੀ। ਵੀਸੀ ਸਾਹਿਬ ਮੈਂਬਰਾਂ ਨੂੰ ਸਮਝਾਉਂਦੇ ਰਹੇ ਕਿ ਕਿਸ ਤਰ੍ਹਾਂ ਵਿਹਾਰ ਕਰਨਾ ਹੈ, ਪਰ ਮੈਂਬਰ ਸਾਹਿਬਾਨਾਂ ਨੇ ਵੀਸੀ ਨੂੰ ਕਿਹਾ ਕਿ ਤਰੀਕਾ ਜੋ ਤੁਹਾਡਾ ਹੈ ਉਹ ਵੀ ਠੀਕ नहीं है। हमारा सिंडिकेट, हमारा चुनाव, हमारी मीटिंग वो एकदम अलग तरह की है। तो फिर आप चांदना डॉक्टर साहब एक बात मैं आपको, जिस तरह से आप लोग जिस बात तरीके करते हो, जिस तरीके से जिस आप तरह जिस आप बात तरीके से करते बिहेव हो, कर रहे हो ना, हाँ, ये भी आप इसको पर्सनल बना रहे हैं। नहीं कैसे मिले ऑर्डर आप ਗੱਲ ਇੱਥੋਂ ਤੱਕ ਪਹੁੰਚ ਗਈ ਕਿ ਸਿੰਡੀਕੇਟ ਮੈਂਬਰਾਂ ਨੇ ਵੀਸੀ ਨੂੰ ਸਿੱਧੀ ਧਮਕੀ ਦੇ ਦਿੱਤੀ ਕਿ ਜੇ ਸਿੰਡੀਕੇਟ ਚੋਣਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਫਿਰ ਕਈ ਪਰਦੇ ਖੁੱਲਣਗੇ। हम इसको ऑफिशियल रखना चाहते हैं। अगर पर्सनल बना तो डॉक्टर साहब ये नोट कर लीजिए, बहुत पर्दे खुलेंगे। हाँ, बहुत पर्दे खुलेंगी। प्रेस कॉन्फ्रेंस होएगी, प्रेस कॉन्फ्रेंस होगी, मैं एविडेंस क्रिएट करूंगा, मैं दिखाऊंगा कि यहाँ क्या कुछ हुआ है, मीटिंग ना बुलाने की आड़ में यहाँ क्या कुछ हो गया, ये सब कुछ बताऊंगा। ਸਿੰਡੀਕੇਟ ਚੋਣਾਂ ਦੀ ਮੰਗ ਨੂੰ ਲੈ ਕੇ ਪਹੁੰਚੇ ਮੈਂਬਰਾਂ ਨੇ ਵਾਈਸ ਚਾਂਸਲਰ ਨੂੰ ਇਹ ਵੀ ਦੱਸ ਦਿੱਤਾ ਕਿ ਯੂਨੀਵਰਸਿਟੀ ਕੀ ਹੈ, ਕਿਵੇਂ ਚੱਲਦੀ ਹੈ ਤੇ ਕਿਸ ਦਾ ਕੀ ਰੋਲ ਹੈ। ये पंजाब यूनिवर्सिटी बिलोंग्स टू द पीपल ऑफ दिस एरिया, पीपल ऑफ द कंट्री। दिस इज नॉट योर पर्सनल फिल्म। हम उसी को वाइस चांसलर हैं। हाँ, उसी के वाइस, यू आर जस्ट वन वाइस चांसलर, जस्ट वन मेंबर ऑफ द सिंडिकेट एंड सेनेट एंड नॉट द सोल प्रोप्राइटर ऑफ द यूनिवर्सिटी। मैं बात कर रहा हूं। ਸਿੰਡੀਕੇਟ ਮੈਂਬਰਾਂ ਦਾ ਸਿੱਧਾ ਇਲਜ਼ਾਮ ਸੀ ਕਿ ਵਾਈਸ ਚਾਂਸਲਰ ਤੇ ਉੱਪਰ ਦੇ ਅਧਿਕਾਰੀ ਸਿੰਡੀਕੇਟ ਚੋਣਾਂ ਨਾ ਕਰਵਾ ਕੇ ਨਿਯਮਾਂ ਦੀ ਸਿੱਧੀ ਉਲੰਘਣਾ ਕਰ ਰਹੇ ਨੇ। ਇੱਕ ਮੀਟਿੰਗ ਸਿੰਡੀਕੇਟ ਦੀ ਬੁਲਾਈ ਗਈ ਜਿਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ। ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਅਸੀਂ ਉੱਥੇ ਪਹੁੰਚੇ ਸਿੰਡੀਕੇਟ ਰੂਮ ਨੂੰ ਵੀ ਤਾਲੇ ਲੱਗੇ, ਸੈਨੇਟ ਲੌਂਜ ਨੂੰ ਵੀ ਤਾਲੇ ਲੱਗੇ ਆ, ਸੈਨੇਟ ਰੂਮ ਨੂੰ ਵੀ ਤਾਲੇ ਲੱਗੇ ਆ, ਰਜਿਸਟਰਾਰ ਆਫਿਸ ਨੂੰ ਵੀ ਤਾਲੇ ਲੱਗੇ ਆ, ਜਿਸ ਤਰ੍ਹਾਂ ਇਹ ਕਿਸੇ ਦੀ ਕੋਈ ਪਰਸਨਲ ਪ੍ਰਾਪਰਟੀ ਹੈ। ਔਰ ਸਿੰਡੀਕੇਟ ਦੇ ਮੈਂਬਰ ਜਿਹੜੇ ਆ ਉਹ ਕੋਈ ਬਾਹਰ ਦੇ ਬੰਦੇ ਆ, ਉਹ ਹੰਗਾਰਾ ਭਰ ਰਹੇ ਆ ਨਿਯਮ ਤੇ ਕਾਨੂੰਨ ਦਾ, ਤੇ ਆਪ ਇਹ ਨਿਯਮ ਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਆ। ਉਧਰ ਇਸ ਪੂਰੇ ਮਾਮਲੇ ਤੇ ਵਾਈਸ ਚਾਂਸਲਰ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਮੀਡੀਆ ਨੇ ਉਹਨਾਂ ਦਾ ਪੱਖ ਜਾਣਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕੁਝ ਵੀ ਨਾ ਬੋਲੇ। कोई कारण नहीं, वो जो कारण है हम आपस में बैठ करके बात कर लेंगे, ठीक है। ऑनरेबल जो हमारे मेंबर्स हैं उनसे बैठ करके बात जिस कर तरीके लेंगे। से आज भी हंगामा हुआ है, लगातार इनकी तरफ से भी मांगें रखी जा रही हैं आपके आगे, लेकिन ये उसके हंगामा बाद नहीं कोई है। निपटारा नहीं नहीं होता। नहीं मैडम, ये हंगामा ऐसे न करिए, काहे आप बदनाम करेंगे हमारी यूनिवर्सिटी को। नहीं सर, ठीक, माहौल ठीक, इतने दिनों से ठीक बना है, हुआ आप समझ रहे हैं। ਦਰਅਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਿੰਡੀਕੇਟ ਇੱਕ ਅਹਿਮ ਬੋਡੀ ਹੈ। ਕਾਫੀ ਸਮੇਂ ਤੋਂ ਸਿੰਡੀਕੇਟ ਦੀਆਂ ਚੋਣਾਂ ਬਕਾਇਆ ਪਈਆਂ ਹੋਈਆਂ ਨੇ ਤੇ ਯੂਨੀਵਰਸਿਟੀ ਚੋਣਾਂ ਕਰਵਾ ਨਹੀਂ ਰਹੀ। ਸਿੰਡੀਕੇਟ ਮੈਂਬਰਾਂ ਦੀ ਮੀਟਿੰਗ ਵੀ ਪਿਛਲੇ 3-4 ਮਹੀਨੇ ਤੋਂ ਬੁਲਾਈ ਨਹੀਂ ਗਈ, ਜਿਸ ਤੋਂ ਔਖੇ ਹੋਏ ਕੋਈ ਸਿੰਡੀਕੇਟ ਮੈਂਬਰ ਮੀਟਿੰਗ ਕਰਨ ਦੇ ਲਈ ਜਦੋਂ ਸਿੰਡੀਕੇਟ ਰੂਮ ਦੇ ਵਿੱਚ ਪਹੁੰਚੇ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ, ਜਿਸ ਦੇ ਬਾਅਦ ਨਾਰਾਜ਼ ਮੈਂਬਰ ਵੀਸੀ ਦਫ਼ਤਰ ਵੱਲ ਵਧੇ, ਪਰ ਸਿੰਡੀਕੇਟ ਮੈਂਬਰਾਂ ਨੂੰ ਵੇਖ ਕੇ ਉੱਥੇ ਵੀ ਤਾਲੇ ਲਾ ਦਿੱਤੇ ਗਏ ਤੇ ਬਾਅਦ ਦੇ ਵਿੱਚ ਮਾਮਲਾ ਭਖ ਗਿਆ। ਗੇਟ ਖੁੱਲਣ ਦੇ ਬਾਅਦ ਸਿੰਡੀਕੇਟ ਮੈਂਬਰ ਵੀਸੀ ਦਫ਼ਤਰ ਪਹੁੰਚ ਗਏ, ਜਿੱਥੇ ਦੋਵੇਂ ਤਰ੍ਹਾਂ ਦੇ ਵਿੱਚ ਤਿੱਖੀ ਬਹਿਸ ਹੋ ਗਈ। ਚੰਡੀਗੜ੍ਹ ਤੋਂ ਅਰਸ਼ਦੀਪ ਅਰਸ਼ੀ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ।